Good morning students. Now we will start our next chapter number 5th. ठीक है, ਅੱਜ ਆਪਾਂ ਨਵਾਂ ਚੈਪਟਰ ਸਟਾਰਟ ਕਰਨਾ ਜਿਹਦਾ ਨਾਮ ਹੈਗਾ ਸੈਂਟਰਲ ਬੈਂਕ ਐਂਡ ਦਾ ਕਮਰਸ਼ੀਅਲ ਬੈਂਕਸ। ਠੀਕ ਹੈ, ਜਿਹਨੂੰ ਪੰਜਾਬੀ ਦੇ ਵਿੱਚ ਕੇਂਦਰੀ ਬੈਂਕ ਅਤੇ ਵਪਾਰਿਕ ਬੈਂਕ ਦਾ ਨਾਮ ਦਿੱਤਾ ਗਿਆ। ਅੱਜ ਉਹਦਾ ਆਪਾਂ ਫਰਸਟ ਟੌਪਿਕ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕੀ ਆ ਸਾਰਾ ਸੈਂਟਰਲ ਬੈਂਕ ਬਾਰੇ ਗੱਲ ਕਰਾਂਗੇ। ਸੋ ਦੇਖੋ ਸੈਂਟਰਲ ਬੈਂਕ ਦੇ ਵਿੱਚ ਕੀ ਆਉਣਾ ਆਪਾਂ, ਠੀਕ ਹੈ, ਕੀ ਇਹਦੇ ਫੰਕਸ਼ਨਸ ਨੇ, ਸਾਰਾ ਕੁਝ ਡਿਸਕਸ ਕਰਾਂਗੇ। ਦੇਖੋ ਕਹਿੰਦੇ ਰਿਜ਼ਰਵ ਬੈਂਕ ਆਫ India is India's central bank which control the issue and supply of the Indian rupees. Clear? ਕੀ ਕਹਿੰਦੇ ਆ ਇਹ? ਕਹਿੰਦੇ ਜੋ ਇੰਡੀਆ ਦਾ ਸੈਂਟਰਲ ਬੈਂਕ ਆ ਉਹਦਾ ਨਾਮ ਕੀ ਆ? RBI ਸ਼ਾਰਟ ਫਾਰਮ ਦੇ ਵਿੱਚ ਲਿਖਦੇ ਆ, ਜਿਹਦੀ ਫੁੱਲ ਫਾਰਮ ਹੈਗੀ ਆ ਰਿਜ਼ਰਵ ਬੈਂਕ ਆਫ ਇੰਡੀਆ। ਠੀਕ ਹੈ, ਜੋ ਕਿ ਇੰਡੀਆ ਦਾ ਕੀ ਆ ਕੇਂਦਰੀ ਬੈਂਕ ਆ। ਕਹਿੰਦੇ ਉਹਦਾ ਕੰਮ ਕੀ ਆ? ਕਹਿੰਦੇ ਇੰਡੀਅਨ ਰੁਪੀਜ਼, ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਕੀ ਆ, ਕਿਹੜੀ ਕਰੰਸੀ ਚੱਲਦੀ ਆ? ਰੁਪੀਜ਼ ਚੱਲਦੇ ਆ। ਜਿੱਦਾਂ ਕਿ ਕੈਨੇਡਾ ਵਗੈਰਾ ਦੇ ਵਿੱਚ ਕੀ ਆ ਡਾਲਰਸ ਵਗੈਰਾ ਚੱਲਦੇ ਆ, ਉੱਦਾਂ ਹੀ ਇੰਡੀਆ ਦੇ ਵਿੱਚ ਰੁਪੀਜ਼ ਚੱਲਦੇ ਆ। ਠੀਕ ਹੈ, ਕਹਿੰਦੇ ਵਿਚ ਕੰਟਰੋਲ ਦਾ ਇਸ਼ੂ ਐਂਡ ਸਪਲਾਈ ਆਫ ਇੰਡੀਅਨ ਰੁਪੀਜ਼, ਦੋ ਇੰਡੀਆ ਦੀ ਕਰੰਸੀ ਹੁੰਦੀ ਆ, ਠੀਕ ਹੈ, ਉਹਨੂੰ ਕੰਟਰੋਲ ਕਰਦੇ ਆ। ਠੀਕ ਹੈ, ਉਹਦੇ ਉੱਪਰ ਪੂਰਾ ਕੰਟਰੋਲ ਰੱਖਿਆ ਜਾਂਦਾ ਕਿ ਕਿਸ ਤਰ੍ਹਾਂ ਇਸ਼ੂ ਕਰਨੀ ਆ ਔਰ ਮਨੀ ਸਪਲਾਈ ਕਿੱਦਾਂ ਦੀ ਹੋਣੀ ਚਾਹੀਦੀ ਹੈ। ਠੀਕ ਹੈ, ਵੱਧ ਹੋਣੀ ਚਾਹੀਦੀ ਹੈ ਜਾਂ ਘੱਟ ਹੋਣੀ ਚਾਹੀਦੀ ਹੈ, ਉਹਨੂੰ ਕੀ ਆ ਕੰਟਰੋਲ ਕਰਦਾ। ਕੌਣ ਕਰਦਾ? RBI। ਠੀਕ ਹੈ, ਜਿਹਨੂੰ ਕੀ ਸੈਂਟਰਲ ਬੈਂਕ ਆਫ ਇੰਡੀਆ ਬੋਲਿਆ ਜਾਂਦਾ। ਦੇਖੋ ਅੱਗੇ ਕੀ ਹੈ? RBI ਇਜ਼ ਦ ਰੈਗੂਲੇਸ਼ਨ ਆਫ ਇੰਟਾਇਰ ਬੈਂਕਿੰਗ ਇਨ ਦਾ ਇੰਡੀਆ। ਕਹਿੰਦੇ ਜੋ RBI ਆ ਉਹ ਸਾਰੀ ਦੀ ਸਾਰੀ ਇੰਡੀਆ ਦੇ ਵਿੱਚ ਜੋ ਵੀ ਬੈਂਕਿੰਗ ਸਟਰਕਚਰ ਆ, ਜੋ ਵੀ ਬੈਂਕਿੰਗ ਦੀਆਂ ਆਪਾਂ ਕਹਿ ਸਕਦੇ ਹਾਂ ਸ਼ਾਖਾਵਾਂ ਹੁੰਦੀਆਂ, ਬੈਂਕਿੰਗ ਦੇ ਇੰਸਟੀਟਿਊਸ਼ਨਸ ਹੁੰਦੇ ਆ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੇ ਆ, ਉਹਨਾਂ ਨੂੰ ਕੀ ਕਰਦਾ? ਰੈਗੂਲੇਟ ਕਰਦਾ, ਉਹਨਾਂ ਦੀ ਰੈਗੂਲੇਸ਼ਨ ਕਰਦਾ। ਕਲੀਅਰ? ਕਹਿੰਦੇ ਇਸ ਤੋਂ ਅੱਗੇ ਕੀ ਆ? RBI plays an important part in the development strategy of government of India। ਆਪਾਂ ਨੂੰ ਪਤਾ ਵੀ ਇੰਡੀਆ ਦੇ ਵਿੱਚ ਜਾਂ ਫਿਰ ਕਿਸੇ ਵੀ ਕੰਟਰੀ ਦੇ ਵਿੱਚ ਕੀ ਆ, ਕਾਹਦੇ ਲਈ ਕੰਮ ਕੀਤਾ ਜਾਂਦਾ? ਫॉर ਦਾ ਡਿਵੈਲਪਮੈਂਟ। ਸੋ ਇੰਡੀਆ ਦੀ ਗਵਰਨਮੈਂਟ ਜੋ ਵੀ ਆਪਣੀ ਰਣਨੀਤੀ ਬਣਾਉਂਦੀ ਹੈ, ਸਟ੍ਰੈਟਜੀ ਬਣਾਉਂਦੀ ਹੈ ਫॉर ਦਾ ਡਿਵੈਲਪਮੈਂਟ, ਆਪਣੇ ਦੇਸ਼ ਦਾ ਵਿਕਾਸ ਕਰਨ ਦੇ ਲਈ, ਉਹਦੇ ਵਿੱਚ ਕੀ ਆ RBI ਮੁੱਖ ਭੂਮਿਕਾ ਅਦਾ ਕਰਦਾ। ਸੋ ਇਸ ਤੋਂ ਅੱਗੇ ਹੋਰ ਆਪਾਂ ਕੀ ਇਹਦੀ ਮੀਨਿੰਗ ਦੇ ਵਿੱਚ ਲਿਖ ਸਕਦੇ ਹਾਂ। ਫਸਟ ਹੈਗਾ ਇਹਦੇ ਹੈੱਡਕੁਆਟਰ ਕਿੱਥੇ ਆ? ਇਹਦਾ ਮੁੱਖ ਦਫ਼ਤਰ ਜਿਹਨੂੰ ਬੋਲਿਆ ਜਾਂਦਾ ਹੈੱਡਕੁਆਟਰ ਕੀ ਆ? ਮੁੰਬਈ ਦੇ ਵਿੱਚ ਹੈਗਾ। ਠੀਕ ਹੈ, ਜੋ ਕੀ ਆ ਮਹਾਰਾਸ਼ਟਰ ਰਾਜ ਦੇ ਵਿੱਚ ਆ, ਇਨ ਇੰਡੀਆ ਦੇ ਵਿੱਚ। ਠੀਕ ਹੈ, ਇਹ ਕਦੋਂ ਬਣਿਆ ਸੀ? ਇਸਟੈਬਲਿਸ਼ ਕਦੋਂ ਹੋਇਆ ਸੀ? 1 ਅਪ੍ਰੈਲ 1935 ਦੇ ਵਿੱਚ, 1935 ਦੇ ਵਿੱਚ 1 ਅਪ੍ਰੈਲ ਨੂੰ ਇਹ ਕੀ ਹੋਇਆ ਸੀ? ਇਸਟੈਬਲਿਸ਼ ਹੋਇਆ ਸੀ, ਮਤਲਬ ਸਥਾਪਿਤ ਹੋਇਆ ਸੀ। ਆਪਾਂ ਕਹਿ ਸਕਦੇ ਹਾਂ ਕਿ ਅੱਜ ਤੋਂ 85 ਈਅਰ ਪਹਿਲਾਂ। ਕਲੀਅਰ? ਇਹਦੇ ਗਵਰਨਰ ਕੌਣ ਹੈ ਇਸ ਵਕਤ? ਇਹਦੇ ਪ੍ਰੈਜ਼ੈਂਟ ਗਵਰਨਰ ਹੈਗੇ ਸ਼ਕਤੀਕਾਂਤ ਦਾਸ। ਕਲੀਅਰ? ਸੋ ਕਰੰਸੀ ਕਿਹੜੀ ਆ ਆਪਣੇ ਇੰਡੀਆ ਦੇ ਵਿੱਚ? ਇੰਡੀਅਨ ਰੁਪੀਜ਼ ਚੱਲ ਰਹੀ ਆ, ਜਿਨ੍ਹਾਂ ਦੀ ਸ਼ੇਪ ਜਿਹਨੂੰ ਇਦਾਂ ਰਿਪਰੈਜ਼ੈਂਟ ਕੀਤਾ ਜਾਂਦਾ। ਠੀਕ ਹੈ, ਰੁਪੀਜ਼ ਦੀ ਸ਼ੇਪ ਇਦਾਂ ਵਾ ਜਿੱਦਾਂ ਕਿ ਡਾਲਰਸ ਨੂੰ ਆਪਾਂ ਇਦਾਂ ਲਿਖਦੇ ਹਾਂ। ਕਲੀਅਰ? ਇਸ ਤੋਂ ਅੱਗੇ ਕੀ ਆ? ਆਪਾਂ ਦੇਖਿਆ ਹੋਊਗਾ ਆਪਣੇ ਸਿੱਕਿਆਂ ਦੇ ਉੱਪਰ ਇਹ ਕੀ ਆ? ਸੀਲ ਆਫ RBI ਦੀ ਸੀਲ ਆ, ਜੋ ਹਰੇਕ ਸਿੱਕੇ ਨੂੰ ਕੀ ਆ ਪ੍ਰਮਾਣਿਤ ਕਰਦੀ ਆ। ਕਲੀਅਰ? ਇਸ ਤੋਂ ਅੱਗੇ ਆਪਾਂ ਦੇਖਾਂਗੇ ਕਿ ਸੈਂਟਰਲ ਬੈਂਕ ਦਾ ਮੀਨਿੰਗ ਕੀ ਆ। ਠੀਕ ਹੈ, ਕਹਿੰਦੇ ਇਟ ਵਿਲ ਨਾਟ ਬੀ wrong to say that there have been 3 great inventions of man since the beginning of the time: fire, wheel and the central bank। ਕਹਿੰਦੇ ਇਹ ਕਹਿਣਾ ਗਲਤ ਨਹੀਂ ਹੋਊਗਾ ਕਿ ਆਪਣੇ ਜੋ ਮਨੁੱਖ ਆ, ਠੀਕ ਹੈ, ਉਹਨੇ 3 ਤਰ੍ਹਾਂ ਦੀਆਂ ਬਹੁਤ ਹੀ ਵੱਡੀਆਂ ਇਨਵੈਂਸ਼ਨਸ ਕੀਤੀਆਂ। ਠੀਕ ਹੈ, ਉਹ ਫਸਟ ਸੀ ਅੱਗ ਦੀ ਇਨਵੈਂਸ਼ਨ ਕੀਤੀ, ਜਿਹਨੇ ਬਹੁਤ ਸਾਰੇ ਕੰਮ ਆਸਾਨ ਕੀਤੇ। ਠੀਕ ਹੈ, ਜੋ ਪਹੀਆ ਸੀ ਚੱਕਰ ਬਣਾਇਆ ਗਿਆ, ਠੀਕ ਹੈ, ਉਹਨੇ ਬਹੁਤ ਸਾਰੇ ਕੰਮ ਆਸਾਨ ਕੀਤੇ ਗਏ। ਉਸ ਤੋਂ ਅੱਗੇ ਕਹਿੰਦੇ ਸਭ ਤੋਂ ਵੱਡੀ ਇਨਵੈਂਸ਼ਨ ਕੀ ਕਿਹਾ ਜਾਂਦਾ? ਕਿ ਉਹਨਾਂ ਨੇ ਸੈਂਟਰਲ ਬੈਂਕ ਦੀ ਇਨਵੈਂਸ਼ਨ ਕੀਤੀ, ਜੋ ਕਿ ਕੰਟਰੀ ਦੇ ਵਿੱਚ ਸਾਰੀ ਮਨੀ ਨੂੰ ਕੀ ਆ ਇਸ਼ੂ ਕਰਦੇ ਆ, ਮਨੀ ਨੂੰ ਕੰਟਰੋਲ ਕਰਦੇ ਆ। ਠੀਕ ਹੈ, ਇਹ ਕੀ ਆ ਇੱਕ ਬਹੁਤ ਵੱਡੀ ਇਨਵੈਂਸ਼ਨ ਮੰਨਿਆ ਜਾਂਦਾ। ਐਜ਼ ਅ ਮੈਟਰ ਆਫ ਫੈਕਟ ਇਨ each and every country there are one bank which is the leader of the activities of the commercial banks। ਠੀਕ ਹੈ, ਕਹਿੰਦੇ ਹਰੇਕ ਦੇਸ਼ ਦੇ ਵਿੱਚ ਇੱਕ ਕੀ ਆ, ਇੱਕ ਹੈੱਡ ਬੈਂਕ ਹੁੰਦਾ। ਠੀਕ ਹੈ, ਇੱਕ ਲੀਡਰ ਬੈਂਕ ਹੁੰਦਾ, ਜੋ ਸਾਰੀਆਂ ਕਮਰਸ਼ੀਅਲ ਬੈਂਕਸ ਦੀਆਂ ਜਾਂ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੇ ਆ, ਉਹਨਾਂ ਦੀਆਂ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਨੂੰ ਕੀ ਕਰਦੇ ਆ? ਕੰਟਰੋਲ ਕਰਦੇ ਆ। ਠੀਕ ਹੈ, ਉਹ ਲੀਡਰ ਕੌਣ ਆ? ਉਹੀ ਲੀਡਰ ਦਾ ਨਾਮ ਜੋ ਲੀਡਰ ਬੈਂਕ ਆ, ਠੀਕ ਹੈ, ਜੋ ਸਭ ਤੋਂ ਜ਼ਿਆਦਾ ਉਚਾਈ ਤੇ ਆਪਾਂ ਕਹਿ ਸਕਦੇ ਬੈਂਕ ਆ, ਉਹ ਕੀ ਆ? ਸੈਂਟਰਲ ਬੈਂਕ ਹੁੰਦਾ, ਜੋ ਕਿ ਆਪਣੇ ਦੇਸ਼ ਦਾ RBI ਆ। ਕਲੀਅਰ? ਸੋ ਇਹੋ ਜਿਹੇ ਬੈਂਕ ਨੂੰ ਕੀ ਕਹਿੰਦੇ ਆ? ਸੱਚ ਆ ਬੈਂਕ ਇਜ਼ ਨੋਨ ਐਜ਼ ਦਾ ਸੈਂਟਰਲ ਬੈਂਕ ਆਫ ਇੰਡੀਆ। ਠੀਕ ਹੈ, ਜੋ ਹੈੱਡ ਹੁੰਦਾ ਬੈਂਕਾਂ ਦਾ ਜਾਂ ਫਿਰ ਕਮਰਸ਼ੀਅਲ ਬੈਂਕ ਦਾ ਜਾਂ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਾ, ਉਹਨੂੰ ਕੀ ਬੋਲਿਆ ਜਾਂਦਾ? ਸੈਂਟਰਲ ਬੈਂਕ ਬੋਲਿਆ ਜਾਂਦਾ। ਕਲੀਅਰ?
ਇਸ ਤੋਂ ਅੱਗੇ ਆਪਾਂ ਸੈਂਟਰਲ ਬੈਂਕ ਨੂੰ ਹੋਰ ਕਿੱਦਾਂ ਦਿਖਾ ਸਕਦੇ ਹਾਂ ਡਾਇਗਰਾਮ ਦੇ ਵਿੱਚ। ਦੇਖੋ ਕਿ ਸੈਂਟਰਲ ਬੈਂਕ ਕੀ ਆ, ਸਭ ਤੋਂ ਸਿਖਰ ਵਾਲਾ ਬੈਂਕ ਆ, ਇਹ ਲੀਡਰ ਆ ਸਾਰੇ ਕਮਰਸ਼ੀਅਲ ਬੈਂਕਸ ਦਾ। ਆ ਕਮਰਸ਼ੀਅਲ ਬੈਂਕਸ ਆ ਬੱਚੇ। ਕਮਰਸ਼ੀਅਲ ਬੈਂਕ ਨੂੰ ਪੰਜਾਬੀ ਦੇ ਵਿੱਚ ਵਪਾਰਕ ਬੈਂਕ ਵੀ ਕਿਹਾ ਜਾਂਦਾ। ਜੋ ਬੈਂਕ ਆਪਾਂ ਡੀਲ ਕਰਦੇ ਹਾਂ, ਜਿਵੇਂ ਕਿ ਆਪਣੇ ਜਿਨ੍ਹਾਂ ਦੇ ਵਿੱਚ ਆਮ ਪਬਲਿਕ ਦੇ ਕੀ ਆ ਅਕਾਊਂਟਸ ਖੁੱਲੇ ਹੋਏ ਨੇ, ਠੀਕ ਹੈ, ਜਿਵੇਂ ਐਕਸਿਸ ਬੈਂਕ ਹੋ ਗਿਆ, HDFC ਹੋ ਗਿਆ, ਬਹੁਤ ਸਾਰੇ ਬੈਂਕ ਆ, ਠੀਕ ਹੈ, ਉਹ ਕੀ ਆ ਜਿਨ੍ਹਾਂ ਨੂੰ ਕਮਰਸ਼ੀਅਲ ਬੈਂਕਸ ਬੋਲਿਆ ਜਾਂਦਾ। ਉਹ ਸਭ ਤੋਂ ਉੱਪਰ ਕੀ ਹੁੰਦਾ ਸੈਂਟਰਲ ਬੈਂਕ, ਉਸ ਤੋਂ ਅੱਗੇ ਕੀ ਆ ਕਮਰਸ਼ੀਅਲ ਬੈਂਕਸ ਹੁੰਦੇ ਆ, ਤੇ ਨੀਚੇ ਹੁੰਦੇ ਆ ਇੰਡੀਵਿਜੂਅਲ ਜਾਂ ਹਾਊਸ ਹੋਲਡ, ਮਤਲਬ ਆਮ ਪਬਲਿਕ, ਠੀਕ ਹੈ। ਆਮ ਪਬਲਿਕ ਆ ਜਿਹੜੀ ਉਹ ਕਿਹਨਾਂ ਨਾਲ ਡੀਲ ਕਰਦੀ ਆ, ਉਹ ਕਮਰਸ਼ੀਅਲ ਬੈਂਕ ਦੇ ਨਾਲ ਡੀਲ ਕਰਦੀ ਹੈ, ਔਰ ਕਮਰਸ਼ੀਅਲ ਬੈਂਕ ਅੱਗੇ ਸੈਂਟਰਲ ਬੈਂਕ ਦੇ ਨਾਲ ਕੀ ਹੈ ਡੀਲ ਕਰਦੇ ਆ। ਇਸੇ ਤਰ੍ਹਾਂ ਕੀ ਹੈ, ਇਹ ਆਪਣਾ ਸਾਰਾ ਸਟਰਕਚਰ ਇਦਾਂ ਹੀ ਬਣਿਆ ਹੋਇਆ। ਇਸ ਤੋਂ ਅੱਗੇ ਦੇਖੋ ਆਪਾਂ ਹੋਰ ਕੀ ਕਹਿ ਸਕਦੇ ਹਾਂ ਕਿ ਸੈਂਟਰਲ ਬੈਂਕ ਇਜ਼ ਐਨ ਅਪੈਕਸ ਇੰਸਟੀਟਿਊਸ਼ਨ ਆਫ ਦਾ ਮੋਨੀਟਰੀ ਐਂਡ ਦਾ ਬੈਂਕਿੰਗ ਸਟਰਕਚਰ ਆਫ ਆ ਕੰਟਰੀ। ਕਹਿੰਦੇ ਕਿਸੇ ਵੀ ਕੰਟਰੀ ਦੇ ਜੋ ਆਪਣਾ ਬੈਂਕਿੰਗ ਸਟਰਕਚਰ ਆ ਜਾਂ ਮੋਨੀਟਰੀ ਸਟਰਕਚਰ ਆਪਾਂ ਕਹਿ ਸਕਦੇ ਹਾਂ, ਸੈਂਟਰਲ ਬੈਂਕ ਉਹਨਾਂ ਦੀ ਇੱਕ ਸਿਖਰ ਦੀ ਸੰਸਥਾ ਹੁੰਦੀ ਹੈ। ਅਪੈਕਸ ਨੂੰ ਬੋਲਦੇ ਆ ਸਿਖਰ ਵਾਲੀ, ਜੋ ਸਭ ਤੋਂ ਹੈੱਡ ਹੁੰਦੀ ਹੈ, ਠੀਕ ਹੈ, ਇਹਨੂੰ ਸਿਖਰ ਵਾਲੀ ਸੰਸਥਾ ਬੋਲਿਆ ਜਾਂਦਾ। ਸੋ ਕੀ ਆ ਕਿਸੇ ਵੀ ਦੇਸ਼ ਦੇ ਮੋਨੀਟਰੀ ਐਂਡ ਬੈਂਕਿੰਗ ਸਟਰਕਚਰ ਦੀ ਸਿਖਰ ਵਾਲੀ ਸੰਸਥਾ ਆਪਾਂ ਉਹਨੂੰ ਕੀ ਬੋਲਦੇ ਆ, ਸੈਂਟਰਲ ਬੈਂਕ ਬੋਲਦੇ ਆ। ਜੋ ਕੀ ਹੈ ਇਟ ਕੰਟਰੋਲਸ ਐਂਡ ਰੈਗੂਲੇਟ ਦਾ ਵਰਕਿੰਗ ਆਫ ਦਾ ਮੋਨੀਟਰੀ ਸਿਸਟਮ ਆਫ ਦਾ ਕੰਟਰੀ। ਕੀ ਕਰਦੀ ਆ, ਜੋ ਕੀ ਆ ਆਪਣੇ ਦੇਸ਼ ਦੇ ਵਿੱਚ ਜੋ ਵੀ ਕਹਿੰਦੇ ਮੋਨੀਟਰੀ ਸਿਸਟਮ ਦੇ ਵਿੱਚ ਕੰਮ ਚੱਲ ਰਹੇ ਆ, ਠੀਕ ਹੈ, ਉਹਨਾਂ ਨੂੰ ਕੰਟਰੋਲ ਤੇ ਰੈਗੂਲੇਟ ਕਰਦੀ ਆ, ਨਿਯਮਬੰਦ ਕਰਦੀ ਆ। ਸੈਂਟਰਲ ਬੈਂਕ ਆਲਸੋ ਫੰਕਸ਼ਨਸ ਐਜ਼ ਅ ਬੈਂਕਰ ਆਫ ਦਾ ਗਵਰਨਮੈਂਟ ਆਫ ਦਾ ਕੰਟਰੀ ਐਂਡ ਇਟ ਇਸ਼ੂ ਨੋਟਸ ਕਰੰਸੀ ਨੋਟਸ ਔਨ ਦਾ ਬਿਹਾਫ ਆਫ ਗਵਰਨਮੈਂਟ। ਇਸ ਤੋਂ ਅੱਗੇ ਮੇਨ ਪੁਆਇੰਟ ਕੀ ਆ, ਸੈਂਟਰਲ ਬੈਂਕ ਦਾ ਮੁੱਖ ਕੰਮ ਕੀ ਆ, ਇਹ ਕੀ ਆ ਗਵਰਨਮੈਂਟ ਦਾ ਬੈਂਕ ਹੁੰਦਾ। ਮਤਲਬ ਜਿਹੜੀ ਗਵਰਨਮੈਂਟ ਆ, ਕਿਸੇ ਵੀ ਦੇਸ਼ ਦੀ ਸਰਕਾਰ ਹੁੰਦੀ ਹੈ, ਠੀਕ ਹੈ, ਉਹਨਾਂ ਦੇ ਅਕਾਊਂਟਸ ਕਿਹਦੇ ਕੋਲ ਹੁੰਦੇ ਆ, ਸੈਂਟਰਲ ਬੈਂਕ ਦੇ ਕੋਲ ਹੁੰਦੇ ਆ, ਠੀਕ ਹੈ। ਤਾਂ ਕਰਕੇ ਗਵਰਨਮੈਂਟ ਦਾ ਬੈਂਕ ਬੈਂਕਰ ਵਜੋਂ ਕੀ ਆ ਜਾਣਿਆ ਜਾਂਦਾ ਹੈ, ਇਹਨੂੰ ਗਵਰਨਮੈਂਟ ਦਾ ਬੈਂਕ ਵੀ ਕਿਹਾ ਜਾਂਦਾ, ਠੀਕ ਹੈ। ਇਸ ਤੋਂ ਅੱਗੇ ਇਹਦਾ ਹੋਰ ਕੰਮ ਕੀ ਹੈ, ਕਹਿੰਦੇ ਇਹ ਕਰੰਸੀ ਨੋਟਸ ਨੂੰ ਇਸ਼ੂ ਕਰਦੀ ਹੈ ਔਨ ਦਾ ਬਿਹਾਫ ਆਫ ਗਵਰਨਮੈਂਟ ਦੇ ਬਿਹਾਫ ਤੇ, ਠੀਕ ਹੈ, ਇਹ ਨੋਟ ਇਸ਼ੂ ਕਰਦੀ ਹੈ। ਇਸ ਤੋਂ ਅੱਗੇ ਆਪਾਂ ਇਹਦੀ ਡੈਫੀਨੇਸ਼ਨ ਕਰਾਂਗੇ ਕਿ ਸੈਂਟਰਲ ਬੈਂਕ ਨੂੰ ਕੀ ਕਿੱਦਾਂ ਡਿਫਾਈਨ ਕੀਤਾ ਜਾ ਸਕਦਾ, ਇਹਦੀ ਪਰਿਭਾਸ਼ਾ ਕੀ ਆ। ਆ ਸੈਂਟਰਲ ਬੈਂਕ ਇਜ਼ ਆ ਬੈਂਕ ਵਿਚ constitutes the apex of the monetary and the banking structure of its country। ਕਹਿੰਦੇ its country ਦਾ ਮਤਲਬ ਕੀ ਆ, ਆਪਣੀ ਕੰਟਰੀ ਦੇ, ਆਪਾਂ ਨੂੰ ਪਤਾ ਵੀ ਆਪਦੇ ਕੀ ਆ ਸੈਂਟਰਲ ਬੈਂਕ ਹੁੰਦੇ ਆ, ਠੀਕ ਹੈ। ਉਹਨਾਂ ਦੇ ਹਰੇਕ ਕੰਟਰੀ ਦੇ ਵਿੱਚ ਜਿਹੜੇ ਵੀ ਸੈਂਟਰਲ ਬੈਂਕ ਹੋਊਗਾ ਉਹਨਾਂ ਦੀ ਕੰਟਰੀ ਦੇ ਹਿਸਾਬ ਨਾਲ ਉਹਨਾਂ ਦਾ ਨੇਮ ਅਲੱਗ ਹੋਊਗਾ। ਜਿਵੇਂ ਜੋ RBI ਆ ਉਹ ਆਪਣੀ ਇੰਡੀਆ ਦਾ ਕੀ ਆ ਸੈਂਟਰਲ ਬੈਂਕ ਆ। ਸੋ ਆਪਾਂ ਕੀ ਕਹਿ ਸਕਦੇ ਹਾਂ, ਇਹ ਕਿਸੇ ਵੀ ਕੰਟਰੀ ਦਾ ਕੀ ਆ, ਕਿਸੇ ਵੀ ਕੰਟਰੀ ਦੇ ਜੋ ਮੋਨੀਟਰੀ ਸਿਸਟਮ ਆ, ਮੋਨੀਟਰੀ ਸਟਰਕਚਰ ਆ ਜਾਂ ਬੈਂਕਿੰਗ ਸਟਰਕਚਰ ਆ, ਉਹਦੀ ਸਭ ਤੋਂ ਅਪੈਕਸ ਕਹਿ ਸਕਦੇ ਆ ਸਿਖਰ ਵਾਲੀ ਸੰਸਥਾ ਹੁੰਦੀ ਹੈ, ਠੀਕ ਹੈ। ਇਸ ਤੋਂ ਅੱਗੇ ਦੇਖੋ ਕਿ ਸੈਂਟਰਲ ਬੈਂਕ ਰੈਗੂਲੇਟਸ ਦਾ ਕ੍ਰੈਡਿਟ ਇਨ ਦਾ ਇਕੋਨਮੀ। ਕ੍ਰੈਡਿਟ ਦਾ ਮਤਲਬ ਹੁੰਦਾ ਕਿ ਆਪਣੀ ਇਕੋਨਮੀ ਦੇ ਵਿੱਚ ਮਨੀ ਸਪਲਾਈ ਆ, ਠੀਕ ਹੈ, ਉਹਨੂੰ ਕੀ ਹੈ ਰੈਗੂਲੇਟ ਕਰਦੀ ਹੈ ਵੀ ਕਿਸ ਹਿਸਾਬ ਦੇ ਨਾਲ ਆਪਣੀ ਜਿਹੜੀ ਕੰਟਰੀ ਆ ਉਹਦੇ ਵਿੱਚ ਪੈਸਾ ਵਧਣਾ ਚਾਹੀਦਾ, ਕ੍ਰੈਡਿਟ ਵੱਧ ਹੋਣਾ ਚਾਹੀਦਾ ਜਾਂ ਘੱਟ ਹੋਣਾ ਚਾਹੀਦਾ, ਠੀਕ ਹੈ। ਸੋ ਦੈਟ ਦਾ ਆਬਜੈਕਟਿਵ ਆਫ ਫੁੱਲ ਇੰਪਲਾਇਮੈਂਟ, ਪ੍ਰਾਈਸ ਸਟੇਬਿਲਿਟੀ, ਐਕਸਚੇਂਜ ਰੇਟ ਸਟੇਬਿਲਿਟੀ, ਇਕਨੋਮਿਕ ਗਰੋਥ ਮੇ ਬੀ ਅਚੀਵਡ। ਕਹਿੰਦੇ ਤਾਂ ਕਰਕੇ ਕੀ ਆ ਜੋ ਰੈਗੂਲੇਟ ਕਰਦੀ ਹੈ, ਕ੍ਰੈਡਿਟ ਨੂੰ ਰੈਗੂਲੇਟ ਕਰਦਾ ਸੈਂਟਰਲ ਬੈਂਕ ਕਿਸੇ ਵੀ ਕੰਟਰੀ ਦਾ, ਤਾਂ ਕਿ ਕੰਟਰੀ ਦੀ ਡਿਵੈਲਪਮੈਂਟ ਕੀਤੀ ਜਾ ਸਕੇ, ਉਹਦੇ ਵਿੱਚ ਜਿਹੜੀ ਪ੍ਰਾਈਸ ਆ ਉਹਦੇ ਵਿੱਚ ਸਟੇਬਿਲਿਟੀ ਰਵੇ, ਜਾਂ ਇਹਦੇ ਵਿੱਚ ਇਹਦਾ ਮਤਲਬ ਹੁੰਦਾ ਕਿ ਨਾ ਇਨਫਲੇਸ਼ਨ ਆਵੇ ਨਾ ਡੀਫਲੇਸ਼ਨ ਆਵੇ, ਜੋ ਵਟਾਂਦਰਾ ਦਰ ਆ ਉਹ ਸਟੇਬਲ ਰਹੇ, ਠੀਕ ਹੈ। ਤੇ ਇਸ ਦੇ ਨਾਲ ਨਾਲ ਕੀ ਆ ਆਰਥਿਕ ਵਾਧਾ ਵੀ ਹੋਵੇ। ਇਹ ਵਾਲੇ ਗੋਲਸ ਅਚੀਵ ਕਰਨ ਦੇ ਲਈ ਕੀ ਆ ਸੈਂਟਰਲ ਬੈਂਕ ਆਪਣੇ ਕੰਮ ਕਰਦੀ ਹੈ। ਇਸ ਤੋਂ ਅੱਗੇ ਕੀ ਆ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਆਪਣਾ ਕੀ ਆ ਫੰਕਸ਼ਨਸ ਆਫ ਸੈਂਟਰਲ ਬੈਂਕ, ਠੀਕ ਹੈ। ਲੌਂਗ ਕੁਐਸਚਨਸ ਦੇ ਵਿੱਚ ਤੁਹਾਨੂੰ ਪੁੱਛਿਆ ਜਾਂਦਾ ਵਾ ਕਿ ਸੈਂਟਰਲ ਬੈਂਕ ਆ ਜੋ ਕੇਂਦਰੀ ਬੈਂਕ ਆ ਉਹਦੇ ਕੀ ਕੰਮ ਆ, ਠੀਕ ਹੈ। ਫਸਟ ਕੀ ਆ ਮੋਨੋਪੋਲੀ ਆਫ ਨੋਟ ਇਸ਼ੂ। ਆਪਾਂ ਨੂੰ ਪਤਾ ਕਿ ਜਿਹੜਾ ਸੈਂਟਰਲ ਬੈਂਕ ਆ ਉਹਦਾ ਮੁੱਖ ਕੰਮ ਕੀ ਆ, ਉਹ ਨੋਟ ਇਸ਼ੂ ਕਰਦਾ, ਠੀਕ ਹੈ। ਉਹਦੇ ਕੋਲ ਮੋਨੋਪੋਲੀ ਹੁੰਦੀ ਹੈ। ਮੋਨੋਪੋਲੀ ਦਾ ਮਤਲਬ ਕੀ ਹੁੰਦਾ, ਇਹ ਦੋ ਸ਼ਬਦਾਂ ਤੋਂ ਬਣਿਆ ਹੋਇਆ, ਮੋਨੋ ਪਲੱਸ ਪੋਲੀ। ਮੋਨੋ ਦਾ ਮਤਲਬ ਹੁੰਦਾ ਇੱਕ ਸਿੰਗਲ, ਮਤਲਬ ਇੱਕ ਵਨ ਜਿਹਨੂੰ ਆਪਾਂ ਬੋਲਦੇ ਹਾਂ, ਠੀਕ ਹੈ। ਪੋਲੀ ਦਾ ਮਤਲਬ ਹੁੰਦਾ ਸੈੱਲ, ਠੀਕ ਹੈ, ਜਾਂ ਫਿਰ ਕਿਸੇ ਦਾ ਅਧਿਕਾਰ, ਮਤਲਬ ਜਿਹੜੀ ਵੀ ਕਿਸੇ ਵੀ ਚੀਜ਼ ਦਾ ਸਿਰਫ ਇੱਕ ਹੀ ਕੀ ਆ ਸੈਲਰ ਹੋਵੇ, ਉਹਨੂੰ ਹੋਰ ਕੋਈ ਵੀ ਬਣਾਉਣ ਵਾਲਾ ਕੰਟਰੀ ਦੇ ਵਿੱਚ ਐਗਜ਼ਿਸਟ ਨਾ ਕਰਦਾ ਹੋਵੇ, ਉਹਨੂੰ ਕੀ ਬੋਲਿਆ ਜਾਂਦਾ, ਇੱਕ ਅਧਿਕਾਰ ਵੀ ਬੋਲਿਆ ਜਾਂਦਾ ਪੰਜਾਬੀ ਦੇ ਵਿੱਚ, ਠੀਕ ਹੈ। ਸੋ ਸੈਂਟਰਲ ਬੈਂਕ ਕੋਲ ਕੀ ਆ ਮੋਨੋਪੋਲੀ ਆ ਨੋਟ ਇਸ਼ੂ ਕਰਨ ਦੀ। ਇਸ ਤੋਂ ਬਿਨਾਂ ਹੋਰ ਕੋਈ ਵੀ ਕੰਟਰੀ ਦੇ ਵਿੱਚ ਇਹੋ ਜਿਹੀ ਸੰਸਥਾ ਨਹੀਂ ਹੈਗੀ ਜੋ ਨੋਟ ਨੂੰ ਇਸ਼ੂ ਕਰ ਸਕੇ, ਠੀਕ ਹੈ। The most important function central bank of the country is to issue currency notes. Central bank has a monopoly over the
नोट इशू इन द कंट्री। ठीक है, ਸਭ ਤੋਂ ਇੰਪੋਰਟੈਂਟ ਫੰਕਸ਼ਨ ਹੈ ਇਹ ਕਿ ਕੰਟਰੀ ਦੇ ਲਈ ਇਹ ਕੀ ਕਰਦਾ ਵਾ, ਨੋਟ ਨੂੰ ਇਸ਼ੂ ਕਰਦਾ। ਠੀਕ ਹੈ, ਕੀ ਆ ਇਹਦੇ ਕੋਲ ਮੋਨੋਪੋਲੀ ਆ, ਆਪਣੇ ਦੇਸ਼ ਵਿੱਚ ਹੋਰ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਜੋ ਕੀ ਹੈ ਨੋਟ ਛਾਪ ਸਕਣ। ਠੀਕ ਹੈ, ਸੋ ਆਪਾਂ ਕੀ ਕਹਿ ਸਕਦੇ ਹਾਂ ਇਸ ਤੋਂ ਅੱਗੇ ਕਿ ਕਰੰਸੀ ਨੋਟਸ ਇਸ਼ੂਡ ਬਾਈ ਦਾ ਸੈਂਟਰਲ ਬੈਂਕ ਆਰ ਇਨ ਦਾ ਫਾਰਮ ਆਫ ਅਨਲਿਮਿਟਡ ਟੈਂਡਰ ਲੀਗਲ ਟੈਂਡਰ। ਮਤਲਬ ਕੀ ਆ, ਜਿਹੜੇ ਕਰੰਸੀ ਨੋਟਸ ਛਾਪੇ ਜਾਂਦੇ ਆ ਸੈਂਟਰਲ ਬੈਂਕ, ਠੀਕ ਹੈ, ਜੇ ਆਪਾਂ ਉਹਦੇ ਨਾਲ ਵੱਡੀਆਂ ਵੱਡੀਆਂ ਪੇਮੈਂਟਸ ਕਰਨੀਆਂ, ਅਨਲਿਮਿਟਡ ਪੇਮੈਂਟਸ ਕਰਨੀਆਂ ਆਪਾਂ ਉਹਨਾਂ ਦੇ ਨਾਲ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ ਕੀ ਆ ਉਹ ਲੀਗਲੀ ਕੀ ਹੁੰਦੀ ਆ, ਟੈਂਡਰ ਹੁੰਦੀ ਆ, ਉਹਨਾਂ ਨੂੰ ਕੀ ਆ ਅਧਿਕਾਰ ਦਿੱਤਾ ਗਿਆ ਹੁੰਦਾ। ਸੈਂਟਰਲ ਬੈਂਕ ਹੈਜ਼ ਮੋਨੋਪੋਲੀ ਓਵਰ ਨੋਟ ਇਸ਼ੂ ਫॉर ਦਾ ਫੋਲੋਇੰਗ ਰੀਜ਼ਨਸ। ਹੁਣ ਆਪਾਂ ਰੀਜ਼ਨਸ ਕਰਾਂਗੇ ਕਿ ਇਕੱਲੇ ਸੈਂਟਰਲ ਬੈਂਕ ਨੂੰ ਹੀ ਕਿਉਂ ਕੀ ਆ ਮੋਨੋਪੋਲੀ ਦਿੱਤੀ ਗਈ ਆ ਵੀ ਇਹੀ ਸਿਰਫ ਆਪਣੇ ਦੇਸ਼ ਦੇ ਵਿੱਚ ਕੀ ਆ ਕਰੰਸੀ ਨੋਟਸ ਛਾਪਣ। ਦੇਖੋ ਇਹਦੇ 4 ਪੁਆਇੰਟਸ ਆ। ਫਸਟ ਪੁਆਇੰਟ ਕੀ ਆ, ਇਟ ਇਸ਼ੋਰਸ ਯੂਨੀਫਾਰਮਿਟੀ ਇਨ ਦਾ ਮੋਨੀਟਰੀ ਸਿਸਟਮ ਆਫ ਦਾ ਕੰਟਰੀ। ਆਪਾਂ ਨੂੰ ਪਤਾ ਵੀ ਹਰੇਕ ਦੇਸ਼ ਦੇ ਵਿੱਚ ਇੱਕ ਹੀ ਸੈਂਟਰਲ ਬੈਂਕ ਹੁੰਦਾ, ਮਤਲਬ ਉਹਦੇ ਕੋਲ ਕੀ ਆ ਯੂਨੀਫਾਰਮਿਟੀ ਆ, ਮਤਲਬ ਉਹਨਾਂ ਕੋਲ ਕੀ ਆ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਇਕੱਲੀ ਸੰਸਥਾ, ਠੀਕ ਹੈ, ਜਿਨ੍ਹਾਂ ਤੇ ਕੀ ਆ ਸਿਰਫ ਉਹਨਾਂ ਨੂੰ ਹੀ ਅਧਿਕਾਰ ਆ ਕੰਟਰੀ ਦੇ ਵਿੱਚ ਕੀ ਆ ਮਨੀ ਸਿਸਟਮ ਦੇ ਵਿੱਚ ਕਿ ਮੋਨੀਟਰੀ ਸਿਸਟਮ ਨੂੰ ਕਿੱਦਾਂ ਕੰਟਰੋਲ ਕਰਨਾ, ਮਨੀ ਸਪਲਾਈ ਨੂੰ ਕਿੱਦਾਂ ਕੰਟਰੋਲ ਕਰਨਾ। ਯੂਨੀਫਾਰਮਿਟੀ ਕਰਕੇ ਹੀ ਕੀ ਆ ਇਹਦੇ ਕੋਲ ਅਧਿਕਾਰ ਆ, ਕਿਉਂਕਿ ਇਹ ਇਕੱਲੀ ਇਹੋ ਜਿਹੀ ਸੰਸਥਾ ਜੋ ਆਪਣੀ ਸੈਂਟਰਲ ਬੈਂਕ ਜੋ ਬਣਾਇਆ ਜਾਂਦਾ ਕਿ ਜਿਨ੍ਹਾਂ ਕੋਲ ਇਹ ਅਧਿਕਾਰ ਹੁੰਦਾ ਕਿ ਨੋਟ ਛਾਪਣ। ਉਹ ਕਲੀਅਰ। ਇਫ ਓਨਲੀ ਸੈਂਟਰਲ ਬੈਂਕ ਇਸ਼ੂ ਕਰੰਸੀ ਨੋਟਸ ਇਨ ਦਾ ਇਕੋਨਮੀ। ਕਹਿੰਦੇ ਜੇਕਰ ਕਹਿੰਦੇ ਸੈਂਟਰਲ ਬੈਂਕ ਹੀ ਇਕੱਲਾ ਨੋਟ ਇਸ਼ੂ ਕਰਦਾ ਤੇ ਇਟ ਅਸ਼ੋਰਸ ਦਾ ਪਬਲਿਕ ਕੌਨਫੀਡੈਂਸ ਇਨ ਦਾ ਕਰੰਸੀ, ਤਾਂ ਪਬਲਿਕ ਕੋਲ ਇਹ ਕੌਨਫੀਡੈਂਸ ਹੁੰਦਾ ਕਿ ਜੋ ਕਰੰਸੀ ਸਾਡੇ ਹੱਥਾਂ ਦੇ ਵਿੱਚ ਆ ਰਹੀ ਆ ਉਹ ਪੂਰੀ ਦੀ ਪੂਰੀ ਤਰ੍ਹਾਂ ਦੇ ਨਾਲ ਐਕਸੈਪਟੇਬਲ ਆ। ਐਕਸੈਪਟੇਬਲ ਦਾ ਮਤਲਬ ਕੀ ਹੁੰਦਾ, ਜਿੱਥੇ ਵੀ ਕੋਈ ਵੀ ਪੇਮੈਂਟ ਕਰਦੇ ਆ ਸਾਰਿਆਂ ਕੋਲ ਕੀ ਆ ਸੇਮ ਮਨੀ ਹੁੰਦੀ ਹੈ, ਤਾਂ ਕਰਕੇ ਉਹਨਾਂ ਨੂੰ ਕੌਨਫੀਡੈਂਸ ਹੁੰਦਾ ਕਿ ਸਿਰਫ ਸੈਂਟਰਲ ਬੈਂਕ ਵੱਲੋਂ ਹੀ ਛਾਪਿਆ ਗਿਆ ਪੈਸਾ ਕੀ ਆ ਰੀਅਲ ਮੰਨ ਸਕਦੇ ਆ। ਠੀਕ ਹੈ, ਡਿਊ ਟੂ ਦਾ ਮੋਨੋਪੋਲੀ ਓਵਰ ਨੋਟ ਇਸ਼ੂ ਮਨੀ ਸਪਲਾਈ ਕੈਨ ਈਜ਼ੀਲੀ ਬੀ ਇਨਕਰੀਜ਼ਡ ਔਰ ਡਿਕਰੀਜ਼ਡ ਇਨ ਦਾ ਇਕੋਨਮੀ। ਕਹਿੰਦੇ ਮਨੀ ਸਪਲਾਈ ਦੇ ਕੋਲ ਜਿਹੜੀ ਮਨੀ ਨੂੰ ਸਪਲਾਈ ਕਰਨ ਦੀ, ਠੀਕ ਹੈ, ਜਾਂ ਨੋਟ ਇਸ਼ੂ ਕਰਨ ਦੀ ਮੋਨੋਪੋਲੀ ਹੈ ਸੈਂਟਰਲ ਬੈਂਕ ਕੋਲ, ਤਾਂ ਕੀ ਆ ਆਪਣੀ ਕੰਟਰੀ ਦੇ ਵਿੱਚ ਈਜ਼ੀਲੀ ਆਪਾਂ ਮਨੀ ਸਪਲਾਈ ਨੂੰ ਵਧਾ ਜਾਂ ਘਟਾ ਸਕਦੇ ਹਾਂ। ਸਿਰਫ ਕੀ ਹੈ ਸੈਂਟਰਲ ਬੈਂਕ ਹੀ ਇਕੋਨਮੀ ਦੇ ਵਿੱਚ ਮਨੀ ਸਪਲਾਈ ਦਾ ਉਹਨੂੰ ਘਟਾ ਸਕਦਾ ਜਾਂ ਉਹਨੂੰ ਵਧਾ ਸਕਦਾ। ਇਸ ਤੋਂ ਅੱਗੇ ਦੇਖੋ, ਬਾਈ ਇਸ਼ੂਇੰਗ ਦਾ ਕਰੰਸੀ ਨੋਟਸ ਦਾ ਸੈਂਟਰਲ ਬੈਂਕ ਅਰਨਸ ਪ੍ਰੋਫਿਟ ਵਿਚ ਗੋਜ਼ ਟੂ ਦਾ ਗਵਰਨਮੈਂਟ। ਕਹਿੰਦੇ ਜੋ ਵੀ ਕਰੰਸੀ ਨੋਟ ਛਾਪ ਕੇ ਸੈਂਟਰਲ ਬੈਂਕ ਨੂੰ ਲਾਭ ਪ੍ਰਾਪਤ ਹੁੰਦਾ, ਪ੍ਰੋਫਿਟ ਪ੍ਰਾਪਤ ਹੁੰਦਾ, ਉਹ ਕੀ ਆ ਗਵਰਨਮੈਂਟ ਨੂੰ ਜਾਂਦਾ। ਠੀਕ ਹੈ, ਤੇ ਗਵਰਨਮੈਂਟ ਉਹਨੂੰ ਕਾਹਦੇ ਵਿੱਚ ਸਪੈਂਡ ਕਰ ਦਿੰਦੀ ਆ, ਇਕਨੋਮਿਕ ਡਿਵੈਲਪਮੈਂਟ ਕਰਨ ਦੇ ਵਿੱਚ, ਤਾਂ ਕਿ ਆਪਣੀ ਕੰਟਰੀ ਆ ਉਹਦਾ ਜ਼ਿਆਦਾ ਤੋਂ ਜ਼ਿਆਦਾ ਕੀ ਆ ਵਿਕਾਸ ਹੋ ਸਕੇ। ਸੋ ਇਹਦੇ ਨਾਲ ਹੀ ਆਪਣਾ ਕੀ ਆ ਫਸਟ ਫੰਕਸ਼ਨ ਆ ਜੋ ਸੈਂਟਰਲ ਬੈਂਕ ਦਾ ਉਹ ਕੰਪਲੀਟ ਹੋ ਚੁੱਕਿਆ। ਠੀਕ ਹੈ, ਜੋ ਕੀ ਸੀ ਮੋਨੋਪੋਲੀ ਆਫ ਨੋਟ ਇਸ਼ੂ। ਬਾਕੀ ਦੇ ਜਿਹੜੇ ਫੰਕਸ਼ਨਸ ਆ ਆਪਾਂ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਥੈਂਕ ਯੂ ਸਟੂਡੈਂਟਸ।